तेरे कवण कवण गुण कह कह गावा। तू साहिब गुणी निधाना। तुमरी महिमा बरन न सको। तू ठाकुर ऊच भगवाना। वाहिगुरु साहिब जीओ। गौड़ी महिला पंजवा। काल कलेश गुर शब्द निवारे। आवण जान रहे सुख सारे। काल कलेश गुर शब्द निवारे। आवण जान रहे सुख सारे। पै बिन से निरभਉ हर ध्याया। साध संग हर के गुण गाया। रहाओ चरण कमल रिद अंतर तारे। अगन सागर गुर पार उतारे। बूढ़त जात पूरे गुर काढे। जन्म जन्म के टूटे गांडे। कहो नानक तिस गुर बलिहारी। जिस पेटत गत भई हमारी। कहो नानक तिस गुर बलिहारी। जिस भेटत गत भई हमारी। वाहिगुरु जी का खालसा वाहिगुरु जी की फतेह। परम सन्मान योग चबर छत्र तख्त दे मालिक करीब नवाज सतगुरु गुरु ग्रंथ साहिब सच्चे पातशाह जीआं दी पावन पवित्र मुकद्दस हजूरी विच जुड़ करके बैठे ਅਤੇ ਫਤਿਹ ਟੀਵੀ ਦੇ ਮਾਧਿਅਮ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਆਪਣੇ ਘਰਾਂ ਵਿੱਚ ਬੈਠ ਕਰਕੇ ਪਵਿੱਤਰ ਬਾਣੀ ਦੇ ਜਾਪ ਸਰਵਨ ਕਰ ਰਹੇ ਗੁਰੂ ਸਵਾਰਿਓ ਅਤਿਅੰਤ ਵੱਡੇ ਭਾਗਾਂ ਵਾਲੇ ਹਾਂ ਜੋ ਹਜ਼ੂਰ ਦੀ ਪਵਿੱਤਰ ਬਾਣੀ ਸਰਵਨ ਕਰਕੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲਾ ਕਰ ਰਹੇ ਹਾਂ। ਗੁਰੂ ਸਵਾਰੇ ਕੀਰਤਨੀਆਂ ਦੇ ਪਾਸੋਂ ਪਾਵਨ ਬਾਣੀ ਆਸਾ ਕੀ ਵਾਰ ਦੇ ਕੀਰਤਨ ਆਪ ਜੀ ਨੇ ਸਰਵਨ ਕੀਤੇ ਨੇ।
ਆਓ ਸਾਧ ਸੰਗਤ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਆਪਣੀਆਂ ਮਨ ਬਿਰਤੀਆਂ ਨੂੰ ਜੋੜਨ ਦਾ ਯਤਨ ਕਰੀਏ। ਜਿੱਥੇ ਅੱਜ ਆਪਾਂ ਪਾਵਨ ਬਾਣੀ ਦਾ ਲੜੀਵਾਰ ਸ਼ਬਦ ਵਿਚਾਰਨ ਦਾ ਯਤਨ ਕਰਨਾ ਹੈ, ਨਾਲ ਨਾਲ ਛੋਟੇ ਘੱਲੂਘਾਰੇ ਦੇ ਅੰਦਰ ਸ਼ਹੀਦ ਹੋਏ ਤਮਾਮ ਸ਼ਹੀਦ ਸਿੰਘਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕਰਨੇ ਨੇ। ਅੱਜ ਸਮੁੱਚੇ ਵਿਸ਼ਵ ਦੇ ਅੰਦਰ ਛੋਟਾ ਘੱਲੂਘਾਰਾ ਉਹ ਮਹਾਨ ਸ਼ਹੀਦ ਸਿੰਘਾਂ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ। ਆਓ ਸਤਿਗੁਰਾਂ ਦੀ ਕਿਰਪਾ ਸਦਕਾ ਅੱਜ ਦੇ ਵਿਚਾਰ ਅਧੀਨ ਪਾਵਨ ਸ਼ਬਦ ਦੀ ਵਿਚਾਰ ਸਾਂਝੀ ਕਰੀਏ। ਵਿਚਾਰਾਂ ਆਰੰਭਣ ਤੋਂ ਪਹਿਲਾਂ ਸਾਰੀਆਂ ਸੰਗਤਾਂ ਰਸਨਾ ਪਵਿੱਤਰ ਕਰਦਿਆਂ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅੱਜ ਦਾ ਵਿਚਾਰ ਅਧੀਨ ਪਾਵਨ ਸ਼ਬਦ ਗੌੜੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 190 ਅਤੇ 91 ਦੇ ਉੱਪਰ ਸੁਭਾਏਮਾਨ ਹੈ। ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਬਚਨ ਗੌੜੀ ਮਹਿਲਾ ਪੰਜਵਾਂ। ਕਲ ਕਲੇਸ਼ ਗੁਰ ਸ਼ਬਦ ਨਿਵਾਰੇ, ਆਵਣ ਜਾਣ ਰਹੇ ਸੁਖ ਸਾਰੇ। ਭੈ ਬਿਨਸੇ ਨਿਰਭਉ ਹਰਿ ਧਿਆਇਆ, ਸਾਧ ਸੰਗ ਹਰਿ ਕੇ ਗੁਣ ਗਾਇਆ ਰਹਾਉ। ਇਹਨਾਂ ਪਾਵਨ ਬਚਨਾਂ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਕਿ ਮਨੁੱਖੀ ਜ਼ਿੰਦਗੀ ਦੇ ਉੱਪਰ ਸਾਧ ਸੰਗਤ ਦਾ ਕੀ ਪ੍ਰਭਾਵ ਹੈ। ਸਾਧ ਸੰਗਤ ਦੇ ਵਿੱਚ ਜੁੜ ਕੇ ਬੈਠਣ ਦੇ ਨਾਲ ਕੈਸੀਆਂ ਬਖਸ਼ਿਸ਼ਾਂ ਮਨੁੱਖ ਦੇ ਉੱਪਰ ਹੁੰਦੀਆਂ ਨੇ, ਉਹਨਾਂ ਦਾ ਜ਼ਿਕਰ ਹਜ਼ੂਰ ਨੇ ਅੱਜ ਦੇ ਇਸ ਸ਼ਬਦ ਵਿੱਚ ਕੀਤਾ ਹੈ। ਇਸ ਕਰਕੇ ਜਿਹੜਾ ਵੀ ਮਨੁੱਖ ਸਾਧ ਸੰਗਤ ਵਿੱਚ ਆ ਕੇ ਜੁੜ ਬੈਂਦਾ ਹੈ, ਮਹਾਰਾਜ ਨੇ ਆਖਿਆ ਉਹ ਵੱਡੇ ਭਾਗਾਂ ਵਾਲਾ ਹੈ। ਤੇ ਜਿਹੜਾ ਮਨੁੱਖ ਸਾਧ ਸੰਗਤ ਤੋਂ ਵਾਂਝਾ ਰਹਿ ਗਿਆ, ਹਜ਼ੂਰ ਨੇ ਆਖਿਆ ਉਹਦੇ ਭਾਗ ਅਤ ਮਾੜੇ ਨੇ। ਜਿਨ ਹਰਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਕਹਿੰਦੇ ਵੱਡੇ ਭਾਗਾਂ ਵਾਲਾ ਹੈ ਜਿਹਨੂੰ ਸਤ ਸੰਗਤ ਦੀ ਪ੍ਰਾਪਤੀ ਹੋ ਗਈ ਹੈ। ਤੋ ਜਿੰਨੀ ਦੇਰ ਮਨੁੱਖ ਸਤ ਸੰਗਤ ਦੇ ਵਿੱਚ ਆ ਕੇ ਨਹੀਂ ਜੁੜਿਆ, ਜਿੰਨੀ ਦੇਰ ਗੁਰੂ ਉਪਦੇਸ਼ ਨਾਲ ਸਾਂਝ ਨਹੀਂ ਬਣੀ, ਓਨੀ ਦੇਰ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਬਹੁਤ ਸਾਰੇ ਕਲੇਸ਼ ਸਨ, ਬਹੁਤ ਸਾਰੇ ਡਰ ਤੇ ਭੈ ਮਨੁੱਖ ਦੀ ਜ਼ਿੰਦਗੀ ਵਿੱਚ ਵੜ ਚੁੱਕੇ ਸਨ। ਮਨੁੱਖ ਜ਼ਿੰਦਗੀ ਦੇ ਅੰਦਰ ਕਲੇਸ਼ ਦੇ ਵਿੱਚ, ਡਰ ਦੇ ਅੰਦਰ, ਇੱਕ ਭੈ ਦੇ ਵਿੱਚ ਜੀ ਰਿਹਾ ਸੀ। ਪਰ ਜਦੋਂ ਸਾਧ ਸੰਗਤ ਦੀ ਪ੍ਰਾਪਤੀ ਹੋਈ, ਕਲੇਸ਼ ਮੁੱਕ ਗਏ, ਡਰ ਅਤੇ ਭੈ ਜਿਹੜੇ ਸਨ ਖਤਮ ਹੋ ਗਏ। ਹੁਣ ਜਿੰਨੇ ਵੀ ਕਲੇਸ਼, ਡਰ ਤੇ ਭੈ ਨੇ, ਇਹ ਸਾਰੇ ਮਨੁੱਖ ਦੀ ਮਾਨਸਿਕ ਅਵਸਥਾ ਦੇ ਵਿੱਚ ਹਨ। ਕਿਉਂਕਿ ਮਨ ਦੇ ਅੰਦਰ ਕਈ ਤਰ੍ਹਾਂ ਦੇ ਵਹਿਮ, ਡਰ, ਭੈ ਵਸੇ ਹੋਏ ਨੇ। ਬਹੁਤ ਸਾਰੇ ਕਲੇਸ਼ ਤੇ ਝਗੜੇ ਵੀ ਮਨੁੱਖ ਦੇ ਮਨ ਦੇ ਅੰਦਰ ਹੀ ਹਨ। ਕਿਉਂਕਿ ਕੋਈ ਵੀ ਝਗੜਾ
ਜਦੋਂ ਆਪਾਂ ਬਾਹਰੀ ਤੌਰ ਤੇ ਵੇਖਦੇ ਹਾਂ, ਅਸਲ ਵਿੱਚ ਉਸ ਝਗੜੇ ਦਾ ਬੀਜ ਜਿਹੜਾ ਮਨੁੱਖ ਦੇ ਮਨ ਵਿੱਚ ਸੀ, ਉਹ ਕਲੇਸ਼ ਮਨ ਵਿੱਚ ਸੀ, ਮੌਕਾ ਆਉਣ ਤੇ ਬਾਹਰ ਵੀ ਪ੍ਰਗਟ ਹੁੰਦਾ ਹੈ। ਤੇ ਹਜੂਰ ਨੇ ਕਿਰਪਾ ਕੀਤੀ, ਭੈ ਬਿਨ ਸੇ ਨਿਰਭਉ ਹਰਿ ਧਿਆਇਆ, ਸਾਧ ਸੰਗ ਹਰਿ ਕੇ ਗੁਣ ਗਾਇਆ। ਸਾਧ ਸੰਗਤ ਦੇ ਵਿੱਚ ਆ ਕੇ ਹਰੀ ਦੇ ਗੁਣ ਗਾਇਆ, ਕੀ ਮਿਲਦਾ ਏ? ਭੈ ਬਿਨਸੇ, ਸਾਰੇ ਭੈ ਜਿਹੜੇ ਨੇ, ਡਰ ਜਿਹੜੇ ਨੇ ਦੂਰ ਹੁੰਦੇ ਨੇ, ਕਿਉਂਕਿ ਸੰਗਤ ਦੇ ਵਿੱਚ ਆ ਕੇ ਨਿਰਭਉ ਹਰਿ ਧਿਆਇਆ। ਜਦੋਂ ਨਿਰਭਉ ਹਰੀ ਨੂੰ ਧਿਆਇਆ, ਨਿਰਭਉ ਜਪੈ ਸਗਲ ਭਉ ਮਿਟੈ। ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਹੁਣ ਨਿਰਭਉ ਪਰਮੇਸ਼ਰ ਦਾ ਇੱਕ ਗੁਣ ਹੈ। ਜਦੋਂ ਮੂਲ ਮੰਤਰ ਆਪਾਂ ਪੜ੍ਹਦੇ ਹਾਂ, ਉੱਥੇ ਵੀ ਬਚਨ ਆਪਾਂ ਪੜ੍ਹਦੇ, ਨਿਰਭਉ ਨਿਰਵੈਰ। ਉਹ ਪ੍ਰਭੂ ਜਿਹੜਾ ਭਉ ਤੋਂ ਰਹਿਤ ਹੈ, ਜਿਹੜਾ ਵੈਰ ਤੋਂ ਰਹਿਤ ਹੈ, ਤੇ ਉਸ ਨਿਰਭਉ ਨੂੰ ਜਪਣ ਵਾਲਾ ਵੀ ਭਉ ਤੋਂ ਰਹਿਤ ਹੋ ਜਾਂਦਾ ਹੈ, ਡਰ ਤੋਂ ਰਹਿਤ ਹੋ ਜਾਂਦਾ ਹੈ। ਉਹਦੇ ਅੰਦਰ ਵੀ ਕਿਸੇ ਤਰ੍ਹਾਂ ਦਾ ਡਰ ਨਹੀਂ ਹੁੰਦਾ। ਇੱਥੋਂ ਤੱਕ ਜਿਹੜੀ ਮੌਤ ਦਾ ਭੈ, ਸਹਿਮ ਹਰ ਇੱਕ ਮਨੁੱਖ ਦੇ ਮਨ ਵਿੱਚ ਵਸਿਆ ਹੋਇਆ ਹੈ, ਤੇ ਨਿਰਭਉ ਨੂੰ ਜਪਣ ਵਾਲਾ, ਬੰਦਗੀ ਕਰਨ ਵਾਲੇ ਦੇ ਸਾਹਮਣੇ ਉਹ ਮੌਤ ਵੀ ਜਿਹੜੀ ਹੈ ਆ ਜਾਏ, ਉਹਨੂੰ ਡਰਾ ਨਹੀਂ ਸਕਦੀ। ਉਹਦੇ ਮਨ ਵਿੱਚ ਮੌਤ ਦਾ ਭੈ ਵੀ ਨਹੀਂ ਹੁੰਦਾ। ਇੰਨੀ ਨਿਰਭਉ ਅਵਸਥਾ ਉਹਨੂੰ ਮਿਲ ਜਾਂਦੀ ਹੈ। ਤੇ ਸਾਧ ਸੰਗਤ, ਅੱਜ ਛੋਟਾ ਘੱਲੂਘਾਰਾ ਸ਼ਹੀਦਾਂ ਦੀ ਯਾਦ ਵਿੱਚ ਦਿਨ ਮਨਾਇਆ ਜਾ ਰਿਹਾ ਹੈ। ਧਿਆਨ ਦੇਈਏ ਉਹ ਸਮਾਂ ਜਿਸ ਵੇਲੇ ਲਾਹੌਰ ਦੀ ਧਰਤੀ ਤੇ ਜ਼ਕਰੀਆ ਖਾਂ ਹਾਕਮ ਜਿਹੜਾ ਹੈ ਆਪਣੀਆਂ ਮਨਮਾਨੀਆਂ ਕਰ ਰਿਹਾ ਹੈ, ਤੇ ਇੰਨਾ ਕਹਿਰ ਉਹਨਾਂ ਨੇ ਸਿੱਖਾਂ ਤੇ ਕੀਤਾ। ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਸ਼ਹਾਦਤ, ਉਹ ਸਾਰਾ ਇਤਿਹਾਸ ਆਪਾਂ ਪੜ੍ਹਿਆ ਹੈ। ਇੰਨਾ ਕਹਿਰ ਸਿੱਖਾਂ ਤੇ ਵਰਤਾਇਆ। ਇੰਨਾ ਕਹਿਰ ਵਰਤਾਉਣ ਤੋਂ ਬਾਅਦ ਸਨ 1745 ਦੇ ਅੰਦਰ ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਜਦੋਂ ਸ਼ਹਾਦਤ ਹੋਈ, ਤੇ ਉਸ ਵੇਲੇ ਜ਼ਕਰੀਆ ਵੀ ਖਤਮ ਹੋ ਗਿਆ। ਜ਼ਕਰੀਆ ਦੀ ਮੌਤ ਤੋਂ ਬਾਅਦ ਉਹਦਾ ਪੁੱਤਰ ਯਾਹਿਆ ਖਾਂ ਜਿਹੜਾ ਸੀ ਨਾ, ਉਹ ਲਾਹੌਰ ਦਾ ਗਵਰਨਰ ਬਣ ਗਿਆ। ਤੇ ਇਤਿਹਾਸ ਨੂੰ ਪੜ੍ਹੀਏ ਤੇ ਪਤਾ ਲੱਗਦਾ ਕਿ ਜ਼ਕਰੀਏ ਨਾਲੋਂ ਵੀ ਜ਼ਿਆਦਾ ਜ਼ੁਲਮ ਜਿਹੜੇ ਨੇ ਯਾਹਿਆ ਖਾਂ ਨੇ ਕੀਤੇ ਸਿੱਖਾਂ ਦੇ ਉੱਪਰ। ਤੇ ਸਾਧ ਸੰਗਤ ਕਲਾਨੌਰ ਦੀ ਧਰਤੀ ਤੇ ਗੁਰਦਾਸਪੁਰ ਦਾ ਜਿਹੜਾ ਇਲਾਕਾ, ਇੱਥੋਂ ਦੇ ਦੋ ਸਕੇ ਭਰਾ ਸਨ। ਇੱਕ ਦਾ ਨਾਮ ਹੈ ਲਖਪਤ ਰਾਏ ਤੇ ਇੱਕ ਦਾ ਨਾਮ ਹੈ ਜਸਪਤ ਰਾਏ। ਹੁਣ ਜਸਪਤ ਰਾਏ ਤੇ ਲਖਪਤ ਰਾਏ ਹਿੰਦੂ ਪਰਿਵਾਰ ਦੇ ਵਿੱਚ ਪੈਦਾ ਹੋਏ ਨੇ, ਸਕੇ ਭਰਾ ਨੇ, ਤੇ ਪਹਿਲਾਂ ਪਹਿਲੇ ਸਿੱਖਾਂ ਦੇ ਬੜੇ ਹਿਤੈਸ਼ੀ ਵੀ ਰਹੇ। ਪਰ ਜਦੋਂ ਇਹਨਾਂ ਦੀ ਨੇੜਤਾ ਯਾਹਿਆ ਖਾਂ ਦੇ ਨਾਲ ਹੋ ਗਈ, ਤੇ ਗੁਰਬਾਣੀ ਦਾ ਜਿਹੜਾ ਹੁਕਮ ਹੈ, ਖੱਤਰੀਆਂ ਤਾਂ ਧਰਮ ਛੋੜਿਆ, ਮਲੇਸ਼ ਭਾਖਿਆ ਗਹੀ। ਇਹ ਆਪਣੇ ਫਰਜ਼ ਭੁੱਲ ਗਏ। ਇਹ ਯਾਹਿਆ ਖਾਂ ਦੇ ਨੇੜੇ ਹੋ ਗਏ। ਇਹਨਾਂ ਨੂੰ ਦੀਵਾਨ ਦੀਆਂ ਜਦੋਂ ਉਪਾਧੀਆਂ ਮਿਲੀਆਂ, ਤੇ ਉਸ ਨਸ਼ੇ ਦੇ ਵਿੱਚ ਚੂਰ ਹੋ ਕੇ ਇਹਨਾਂ ਨੇ ਸਿੱਖਾਂ ਤੇ ਸਾਧ ਸੰਗਤ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ। ਲਖਪਤ ਰਾਏ, ਜਸਪਤ ਰਾਏ ਹੁਣ ਸਿੱਖਾਂ ਦੇ ਵੈਰੀ ਬਣ ਚੁੱਕੇ ਨੇ। ਜਿੱਥੇ ਵੀ ਕਿਤੇ ਸਿੱਖ ਮਿਲਦਾ ਹੈ, ਉਹਦੀ ਖਬਰ ਦਿੰਦੇ ਨੇ ਹਕੂਮਤ ਤੱਕ। ਸਿੱਖਾਂ ਨੂੰ ਫੜਾ ਕੇ ਵੱਡੇ ਵੱਡੇ ਇਨਾਮ ਪ੍ਰਾਪਤ ਕਰਦੇ ਨੇ। ਇਸੇ ਤਰ੍ਹਾਂ
ਇਹ ਬੜਾ ਭਿਆਨਕ ਦੌਰ ਜਿਹੜਾ ਸੀ ਸਿੱਖਾਂ ਦੇ ਉੱਪਰ ਚੱਲ ਰਿਹਾ ਹੈ। ਤੇ ਲਖਪਤ ਰਾਏ ਨੇ ਇਹ ਵੀ ਦਾਅਵਾ ਬੰਨਿਆ, ਕਹਿਣ ਲੱਗੇ ਗੁਰੂ ਨਾਨਕ ਵੀ ਸਿੱਖਾਂ ਦਾ ਜਿਹੜਾ ਗੁਰੂ ਸੀ ਨਾ, ਉਹ ਵੀ ਖੱਤਰੀਆਂ ਦੇ ਘਰ ਪੈਦਾ ਹੋਇਆ ਸੀ। ਕਹਿੰਦੇ ਉਹਨੇ ਸਿੱਖ ਧਰਮ ਦੀ ਨੀਂਹ ਰੱਖੀ ਸੀ, ਇਹ ਬੂਟਾ ਲਾਇਆ ਸੀ ਸਿੱਖੀ ਦਾ। ਤੇ ਕਹਿਣ ਲੱਗੇ ਅਸੀਂ ਵੀ ਖੱਤਰੀ ਹਾਂ, ਅਸੀਂ ਇਸ ਸਿੱਖੀ ਦੇ ਬੂਟੇ ਨੂੰ ਜੜੋਂ ਪੁੱਟ ਦਿਆਂਗੇ, ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦਿਆਂਗੇ। ਐਸੀਆਂ ਹਕੂਮਤ ਦੇ ਨਸ਼ੇ ਵਿੱਚ ਚੂਰ ਹੋ ਕੇ ਇਹਨਾਂ ਨੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਤੇ ਯਹੀਆ ਖਾਨ ਨੇ ਆਖਿਆ ਤੁਸੀਂ ਜਿੰਨੇ ਵੀ ਸਿੱਖਾਂ ਨੂੰ ਮਾਰੋਗੇ ਤੁਹਾਨੂੰ ਸਰਕਾਰ ਵੱਲੋਂ ਇਨਾਮ ਮਿਲੇਗਾ, ਤੁਹਾਡੇ ਤੇ ਕੋਈ ਕੇਸ ਨਹੀਂ ਪਵੇਗਾ। ਤੇ ਪੰਥ ਪ੍ਰਕਾਸ਼ ਦੇ ਵਿੱਚ ਰਤਨ ਸਿੰਘ ਭੰਗੂ ਨੇ ਲਿਖਿਆ ਹੈ ਕਿ ਸਿੰਘਾਂ ਦੇ ਖੂਨ ਦੇ ਕੋਈ ਵੀ ਇਲਜ਼ਾਮ ਇਹਨਾਂ ਦੇ ਸਿਰ ਨਹੀਂ ਸਨ ਲੱਗਦੇ। ਸਿੰਘਨ ਖੂਨ ਮਾਫ ਸਭ ਕੀਨੇ, ਜਿਤ ਲੱਭੋ ਤਿਤ ਮਾਰੋ ਚੀਨੇ। ਆਖਿਆ ਸਾਰੇ ਖੂਨ ਤੁਹਾਨੂੰ ਮਾਫ ਨੇ, ਜਿੱਥੇ ਵੀ ਮਿਲਣ ਖਤਮ ਕਰ ਦਿਆ ਕਰੋ। ਤਾਂ ਉਸ ਵੇਲੇ ਸਿੱਖ ਆਪਣੇ ਘਰ ਘਾਟ ਛੱਡ ਕੇ ਜੰਗਲਾਂ ਦੇ ਵਿੱਚ ਰਹਿੰਦੇ ਸਨ। ਤੇ ਜੰਗਲਾਂ ਵਿੱਚ ਰਹਿੰਦੇ ਸਿੱਖਾਂ ਨੂੰ ਵੀ ਚੈਨ ਨਾਲ ਰਹਿਣ ਨਹੀਂ ਸੀ ਦਿੱਤਾ ਜਾਂਦਾ। ਐਸੀ ਦਸ਼ਾ ਬਣੀ ਹੋਈ ਸੀ। ਉਸ ਵੇਲੇ ਸਿੰਘਾਂ ਦਾ ਇੱਕ ਚੱਲਦਾ ਹੋਇਆ ਜਥਾ ਐਮਨਾਬਾਦ ਦੀ ਧਰਤੀ ਤੇ ਪਹੁੰਚਾ, ਗੁਰਦੁਆਰਾ ਰੋੜੀ ਸਾਹਿਬ ਦੇ ਦਰਸ਼ਨ ਕਰਨ ਦੇ ਲਈ। ਜਦੋਂ ਦਰਸ਼ਨ ਕਰਨ ਵਾਸਤੇ ਪਹੁੰਚਿਆ, ਇਧਰ ਜਸਪਤ ਰਾਏ ਨੂੰ ਮੁਕਬਰਾਂ ਨੇ ਖਬਰ ਦਿੱਤੀ। ਆਖਿਆ ਸਿੰਘਾਂ ਦਾ ਜਥਾ ਐਮਨਾਬਾਦ ਦੇ ਕੋਲ ਆ ਕੇ ਬੈਠਾ ਏ। ਕਹਿੰਦੇ ਨੇ ਛੇਤੀ ਛੇਤੀ ਕਾਲੀ ਦੇ ਨਾਲ ਆਪਣਾ ਹੁਕਮ ਜਾਰੀ ਕੀਤਾ। ਕਹਿਣ ਲੱਗੇ ਸਿੰਘਾਂ ਨੂੰ ਕਹਿ ਦਿਓ ਇਹ ਇਲਾਕਾ ਮੇਰੇ ਅੰਡਰ ਹੈ, ਤੁਸੀਂ ਛੱਡ ਕੇ ਇੱਥੋਂ ਜਿੰਨੀ ਜਲਦੀ ਹੋ ਸਕਦਾ ਚਲੇ ਜਾਓ, ਨਹੀਂ ਤੇ ਤੁਹਾਡਾ ਹਸ਼ਰ ਬੜਾ ਮਾੜਾ ਹੋਏਗਾ। ਕਹਿੰਦੇ ਸਿੰਘਾਂ ਨੇ ਬੇਨਤੀ ਕੀਤੀ ਜਸਪਤ ਰਾਏ ਨੂੰ, ਕਹਿਣ ਲੱਗੇ ਵੀ ਅਸੀਂ ਇੱਥੇ ਤੇਰੇ ਨਾਲ ਕੋਈ ਜੰਗ ਯੁੱਧ ਜਾਂ ਮੁਕਾਬਲਾ ਕਰਨ ਵਾਸਤੇ ਨਹੀਂ ਆਏ, ਅਸੀਂ ਤਾਂ ਗੁਰਧਾਮਾਂ ਦੇ ਦਰਸ਼ਨ ਕਰਨ ਵਾਸਤੇ ਆਏ ਹਾਂ। ਇੱਥੇ ਕੁਝ ਦੇਰ ਰੁਕ ਕੇ ਅਸੀਂ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਛਕਣਾ ਹੈ, ਦਰਸ਼ਨ ਕਰਕੇ ਵਾਪਸ ਚਲੇ ਜਾਵਾਂਗੇ। ਪਰ ਇਹਨੇ ਸਿੰਘਾਂ ਦੀ ਬੇਨਤੀ ਨਾ ਸੁਣੀ। ਇਹ ਸ਼ਾਹੀ ਫੌਜ ਲੈ ਕੇ ਤੇ ਸਿੰਘਾਂ ਤੇ ਹਮਲਾ ਕਰ ਦਿੰਦਾ ਹੈ। ਜਦੋਂ ਸਾਧ ਸੰਗਤਾਂ ਨੇ ਹਮਲਾ ਕੀਤਾ ਨਾ, ਸਿੰਘਾਂ ਨੇ ਡਟ ਕੇ ਮੁਕਾਬਲਾ ਕੀਤਾ। ਇਹ ਹਾਥੀ ਤੇ ਸਵਾਰ ਹੋ ਕੇ ਆਇਆ ਸੀ ਅਤੇ ਭਾਈ ਨਿਵਾਹੂ ਸਿੰਘ ਨੇ ਹਾਥੀ ਤੇ ਚੜ੍ਹ ਕੇ ਜਸਪਤ ਰਾਏ ਦਾ ਸਿਰ ਵੱਢ ਲਿਆ। ਜਦੋਂ ਸਿਰ ਵੱਢਿਆ ਗਿਆ, ਸਾਰੀ ਫੌਜ ਜਿਹੜੀ ਸੀ ਭੱਜ ਗਈ। ਸਿੰਘ ਇਹਦਾ ਸਿਰ ਲੈ ਕੇ ਤੁਰ ਪਏ ਨੇ। ਜਸਪਤ ਰਾਏ ਦਾ ਇੱਕ ਗੁਰੂ ਸੀ ਗੁਸਾਈ ਕਿਰਪਾ ਦਾਸ। ਜਦੋਂ ਇਹਨੂੰ ਪਤਾ ਲੱਗਾ, ਇਹਨੇ ਸਿੱਖਾਂ ਨੂੰ ਬੇਨਤੀ ਕੀਤੀ, ਕਹਿਣ ਲੱਗੇ ਤੁਸੀਂ ਜਸਪਤ ਰਾਏ ਦਾ ਸਿਰ ਮੈਨੂੰ ਦੇ ਦਿਓ, ਇਹਦੀ ਬੇਪਤੀ ਨਾ ਕਰੋ। ਤੇ ਸਿੰਘਾਂ ਨੇ ਆਖਿਆ, ਕਹਿਣ ਲੱਗੇ ਇਹਨਾਂ ਨੇ ਸਾਡੇ ਸਿਰਾਂ ਦੇ ਮੁੱਲ ਪਾਏ ਨੇ, ਸਾਡੀ ਸੂਹ ਦੇਣ ਵਾਲੇ ਨੂੰ 10 ਰੁਪਏ ਸਰਕਾਰ ਦਿੰਦੀ ਹੈ, ਸਾਡਾ ਸਿਰ ਵੱਢ ਕੇ ਲਿਆਉਣ ਵਾਲੇ ਨੂੰ 50 ਰੁਪਏ 80 ਰੁਪਏ ਤੱਕ ਮਿਲਦੇ ਨੇ, ਇਹ ਫਰੀ ਵਿੱਚ ਅਸੀਂ ਇਹਦਾ ਸਿਰ ਨਹੀਂ ਦੇਣਾ। ਉਸ ਵੇਲੇ ਇਤਿਹਾਸਕਾਰ ਕਹਿੰਦੇ 500 ਰੁਪਇਆ ਲੈ ਕੇ ਸਿੱਖਾਂ ਨੇ ਤੇ ਤਾਂ ਜਸਪਤ ਰਾਏ ਦਾ ਸਿਰ ਜਿਹੜਾ ਸੀ ਨਾ, ਉਹ ਇਸ ਕਿਰਪਾ ਦਾਸ ਦੇ ਹਵਾਲੇ ਕੀਤਾ। ਕਹਿਣ ਲੱਗੇ ਜਦੋਂ ਲਖਪਤ ਰਾਏ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਮੇਰੇ ਭਰਾ ਜਸਪਤ ਰਾਏ ਦਾ ਸਿੰਘਾਂ ਨੇ ਸਿਰ ਵੱਢ ਦਿੱਤਾ ਹੈ, ਕਹਿੰਦੇ ਲਾਹੌਰ ਦਰਬਾਰ ਵਿੱਚ ਪੇਸ਼ ਹੋਇਆ। ਇਹਨੇ ਆਪਣੀ ਪੱਗ ਲਾ ਕੇ ਤੇ ਯਹੀਆ ਖਾਨ ਦੇ ਅੱਗੇ ਰੱਖ ਦਿੱਤੀ। ਕਹਿਣ ਲੱਗਾ ਮੈਂ ਓਨੀ ਦੇਰ ਇਹ ਪੱਗ ਸਿਰ ਤੇ ਨਹੀਂ ਧਰਾਂਗਾ ਜਿੰਨੀ ਦੇਰ ਮੈਂ ਸਿੱਖਾਂ ਨੂੰ ਖਤਮ ਨਹੀਂ ਕਰ ਦਿੰਦਾ। ਉਸ ਤੋਂ ਬਾਅਦ ਸਾਧ ਸੰਗਤ ਸਿੱਖਾਂ ਦੇ ਉੱਪਰ ਜ਼ੁਲਮ ਦਾ ਦੌਰ ਜਿਹੜਾ ਸੀ ਹੋਰ ਵੱਧ ਗਿਆ। ਇਹਨੇ ਆਮ ਘਰਾਂ ਵਿੱਚ ਰਹਿਣ ਵਾਲੇ ਕਿਰਤੀ ਸਿੱਖਾਂ ਨੂੰ ਫੜ ਫੜ ਕੇ ਲਾਹੌਰ ਦੇ ਨਖਾਸ ਚੌਂਕ ਵਿੱਚ ਲਿਜਾ ਕੇ ਕਤਲ ਕਰਨਾ ਸ਼ੁਰੂ ਕਰ ਦਿੱਤਾ। ਇਹਦੇ ਆਖਰਕਾਰ ਇਹਨੂੰ ਪਤਾ ਲੱਗਾ ਕਿ ਸਿੰਘਾਂ ਦਾ ਇੱਕ ਬਹੁਤ ਵੱਡਾ ਜਥਾ ਗੁਰਦਾਸਪੁਰ ਦੀ ਧਰਤੀ ਤੇ ਕਾਹਨੂੰਵਾਨ ਦੇ ਛੰਭ ਦੇ ਵਿੱਚ ਲੁਕਿਆ ਹੋਇਆ ਹੈ।
ਕਹਿੰਦੇ ਇਹਨੇ ਫੌਜਾਂ ਦੇ ਨਾਲ ਉੱਥੇ ਜਾ ਕੇ ਸਿੰਘਾਂ ਤੇ ਹੱਲਾ ਬੋਲਿਆ। ਹੁਣ ਸਿੰਘ ਜਿਹੜੇ ਸਨ ਉਹ ਜੰਗਲ ਦੇ ਵਿੱਚ ਲੁਕ ਕੇ ਬੈਠੇ ਸਨ ਤੇ ਜੰਗਲ ਬੜਾ ਸੰਘਣਾ ਸੀ। ਇਹ ਤੋਪਾਂ ਲੈ ਕੇ ਗਿਆ, ਹਾਥੀਆਂ ਤੇ ਘੋੜਿਆਂ ਤੇ ਸਵਾਰ ਹੋ ਕੇ ਫੌਜ ਗਈ। ਪਰ ਜਦੋਂ ਸਿੰਘਾਂ ਦੇ ਨਾਲ ਮੁਕਾਬਲਾ ਹੋਇਆ, ਇੱਥੇ ਲਖਪਤ ਰਾਏ ਦਾ ਪੁੱਤਰ ਹਰਭਜ ਸਿੰਘਾਂ ਦੇ ਹੱਥੋਂ ਮਾਰਿਆ ਗਿਆ। ਇਤਿਹਾਸਕਾਰ ਕਹਿੰਦੇ ਨੇ ਯਹੀਆ ਖਾਨ ਦਾ ਪੁੱਤਰ ਨਾਰ ਖਾਂ ਵੀ ਸਿੰਘਾਂ ਦੇ ਹੱਥੋਂ ਮਾਰਿਆ ਗਿਆ। ਜਦੋਂ ਇਹ ਦੋ ਜਰਨੈਲ ਇਹਨਾਂ ਦੇ ਮਰ ਗਏ ਨਾ, ਤੇ ਲਖਪਤ ਰਾਏ ਹੋਰ ਵੀ ਲੋਹਾ ਲਾਖਾ ਹੋ ਗਿਆ। ਕਹਿਣ ਲੱਗਾ ਮੇਰੇ ਕੋਲੋਂ ਸਬਰ ਨਹੀਂ ਹੁੰਦਾ, ਮੈਂ ਸਿੰਘਾਂ ਦਾ ਖੁਰਾ ਖੋਜ ਮਿਟਾ ਕੇ ਸਾਹ ਲਵਾਂਗਾ। ਕਹਿਣ ਲੱਗੇ ਛੇਤੀ ਦਿਨੇ ਤਰਖਾਣ ਬੁਲਾਓ, ਇਹ ਜੰਗਲ ਸਾਰਾ ਵੱਢ ਦਿਓ। ਕਹਿੰਦੇ ਉਸ ਸਮੇਂ ਬਹੁਤ ਜ਼ਿਆਦਾ ਤਰਖਾਣ ਬੁਲਾਏ ਗਏ, ਜੰਗਲ ਵੱਢਣਾ ਸ਼ੁਰੂ ਕਰ ਦਿੱਤਾ। ਪਰ ਜੰਗਲ ਬਹੁਤ ਸੰਘਣਾ ਸੀ, ਬਹੁਤ ਟਾਈਮ ਲੱਗ ਰਿਹਾ ਸੀ। ਕਹਿੰਦੇ ਆਖਰਕਾਰ ਇਹਦੇ ਸਬਰ ਦਾ ਬੰਨ ਟੁੱਟ ਗਿਆ। ਕਹਿਣ ਲੱਗਾ ਜੰਗਲ ਨੂੰ ਅੱਗ ਲਾ ਦਿਓ। ਸਾਧ ਸੰਗਤ ਜਦੋਂ ਜੰਗਲ ਨੂੰ ਅੱਗ ਲਾਈ ਗਈ, ਉਸ ਅੱਗ ਲੱਗਣ ਦੇ ਨਾਲ ਸਾਰਾ ਜੰਗਲ ਜਿਹੜਾ ਸੀ ਸੜ ਕੇ ਸੁਆਹ ਹੋ ਗਿਆ ਤੇ ਸਿੰਘਾਂ ਨੇ ਉਸ ਅੱਗ ਦੇ ਵਿੱਚੋਂ ਕੇ ਨਿਕਲਣ ਦੀ ਕੋਸ਼ਿਸ਼ ਕੀਤੀ ਹੈ ਆਪਣੇ ਬਚਾਅ ਦੇ ਲਈ। ਹੁਣ ਇੱਕ ਪਾਸੇ ਬਸੌਲੀ ਦੀਆਂ ਪਹਾੜੀਆਂ ਨੇ, ਇੱਕ ਪਾਸੇ ਰਾਵੀ ਦਰਿਆ ਵਗ ਰਿਹਾ ਹੈ, ਇੱਕ ਪਾਸੇ ਜੰਗਲ ਨੂੰ ਅੱਗ ਲੱਗੀ ਹੋਈ ਹੈ ਤੇ ਇੱਕ ਪਾਸੇ ਲਖਪਤ ਰਾਏ ਆਪ ਫੌਜ ਲੈ ਕੇ ਖੜਾ ਹੋਇਆ। ਚਾਰ ਚੁਫੇ ਘੇਰਾ ਪੈ ਚੁੱਕਾ ਹੈ, ਸਿੰਘ ਕਿਹੜੇ ਪਾਸੇ ਜਾਣ। ਤੇ ਪੰਥ ਪ੍ਰਕਾਸ਼ ਦੇ ਵਿੱਚ ਬਚਨ ਨੇ, ਕਹਿੰਦੇ ਘਰਾਂ ਚੋਂ ਸਿੰਘਾਂ ਨੂੰ ਕੱਢਿਆ ਤੇ ਜੰਗਲ ਵਿੱਚ ਲੁਕ ਗਏ, ਤੇ ਜੰਗਲ ਵਿੱਚ ਲੁਕਿਆਂ ਨੂੰ ਵੀ ਨਹੀਂ ਛੱਡਿਆ। ਸਿੰਘਾਂ ਨੇ ਆਪਣੇ ਜਾਨ ਬਚਾਉਣ ਵਾਸਤੇ ਰਾਵੀ ਦਰਿਆ ਦੇ ਵਿੱਚ ਵੀ ਛਾਲਾਂ ਮਾਰੀਆਂ, ਕਿਉਂਕਿ ਪਾਣੀ ਵਿੱਚ ਜਾ ਕੇ ਹੋ ਸਕਦਾ ਬਚ ਜਾਈਏ, ਪਰ ਉੱਥੇ ਵੀ ਬਚਣਾ ਮੁਸ਼ਕਲ ਸੀ। ਆਖਰ ਪਾਣੀ ਵਿੱਚ ਕਿੰਨੀ ਦੇਰ ਬੰਦਾ ਰਹੇਗਾ। ਬੜੇ ਪਿਆਰੇ ਬਚਨ ਨੇ, ਕਹਿਣ ਲੱਗੇ ਘਰ ਤੇ ਕੱਢੇ ਬਨ ਲੁਕੈ, ਬਨ ਤਜ ਨੀਰ ਲੁਕਾਹੇ, ਨੀਰ ਲੁਕੈ ਤੇ ਨਾਹ ਬਚੈ, ਕਹੋ ਸਿੰਘ ਕਤ ਜਾਹੇ। ਕਹਿੰਦੇ ਦੱਸੋ ਹੁਣ, ਘਰਾਂ ਤੋਂ ਕੱਢੇ ਹੋਏ ਜੰਗਲਾਂ ਵਿੱਚ ਆ ਕੇ ਬੈਠੇ ਸੀ, ਜੰਗਲਾਂ ਚੋਂ ਕੱਢਿਆ ਤੇ ਪਾਣੀ ਵਿੱਚ ਚਲੇ ਗਏ, ਤੇ ਪਾਣੀ ਵਿੱਚ ਵੀ ਬਹੁਤੀ ਦੇਰ ਜ਼ਿੰਦਗੀ ਨਹੀਂ। ਹੁਣ ਦੱਸੋ ਸਿੰਘ ਜਾਣ ਤੇ ਜਾਣ ਕਿੱਥੇ। ਸਾਧ ਸੰਗਤ ਆਖਰਕਾਰ ਸਿੰਘਾਂ ਨੇ ਲਖਪਤ ਰਾਏ ਦੀਆਂ ਫੌਜਾਂ ਦੇ ਨਾਲ ਡਟ ਕੇ ਟਾਕਰਾ ਸ਼ੁਰੂ ਕੀਤਾ। ਇਸ ਲੜਾਈ ਦੇ ਵਿੱਚ ਬਹੁਤ ਸਾਰੇ ਸਿੰਘ ਜਿਹੜੇ ਸਨ ਸ਼ਹੀਦ ਹੋ ਗਏ। ਕੁਝ ਔਰਤਾਂ ਨੇ, ਬੱਚੇ ਨੇ, ਬਜ਼ੁਰਗ ਨੇ, ਬਿਮਾਰ ਨੇ, ਕਮਜ਼ੋਰ ਨੇ। ਜੰਗਲ ਨੂੰ ਲੱਗੀ ਹੋਈ ਅੱਗ ਦੇ ਅੰਦਰ ਕੁਝ ਸਿੰਘ ਸਿੰਘਣੀਆਂ ਭੁਜੰਗੀ ਬੱਚੇ ਸੜ ਕੇ ਸ਼ਹੀਦ ਹੋ ਗਏ। ਸਿੰਘਾਂ ਦੇ ਕੋਲ ਜਿਹੜੇ ਘੋੜੇ ਨੇ ਉਹ ਵੀ ਇੰਨੇ ਤਕੜੇ ਨਹੀਂ, ਕਿਉਂਕਿ ਬਹੁਤ ਸਾਲਾਂ ਤੋਂ ਸਿੰਘ ਜੰਗਲਾਂ ਵਿੱਚ ਰਹਿੰਦੇ ਨੇ, ਨਾ ਹੀ ਕਦੇ ਆਪ ਪੇਟ ਭਰ ਕੇ ਖਾਣਾ ਖਾਧਾ ਤੇ ਨਾ ਹੀ ਘੋੜਿਆਂ ਦੀ ਚੰਗੀ ਪਰਵਰਿਸ਼ ਹੋ ਸਕੀ। ਇਸ ਕਰਕੇ ਪਹਾੜੀਆਂ ਤੇ ਚੜ੍ਹਨ ਦੀ ਕੋਸ਼ਿਸ਼ ਕਰਦੇ ਨੇ, ਪਰ ਘੋੜਿਆਂ ਤੋਂ ਪਹਾੜੀ ਤੇ ਚੜ੍ਹਿਆ ਨਹੀਂ ਜਾ ਰਿਹਾ। ਆਖਰ ਸਿੰਘਾਂ ਨੇ ਘੋੜਿਆਂ ਦਾ ਸਾਥ ਵੀ ਛੱਡ ਦਿੱਤਾ, ਪੈਦਲ ਹੋ ਤੁਰੇ। ਰਾਵੀ ਦੇ ਕੰਢੇ ਕੰਢੇ ਸਿੰਘਾਂ ਨੇ ਤੁਰਨ ਦੀ ਕੋਸ਼ਿਸ਼ ਕੀਤੀ, ਪਰ ਸਾਧ ਸੰਗਤ ਅਪ੍ਰੈਲ ਤੇ ਮਈ ਦਾ ਮਹੀਨਾ, ਜੇਠ ਦਾ ਮਹੀਨਾ ਸੀ। ਇੰਨੀ ਜ਼ਿਆਦਾ ਗਰਮੀ ਪੈ ਰਹੀ ਸੀ, ਰੇਤ ਤਪੀ ਹੋਈ ਸੀ। ਉਸ ਤਪੀ ਹੋਈ ਰੇਤ ਦੇ ਅੰਦਰ ਤੁਰਨਾ ਬੜਾ ਔਖਾ ਸੀ। ਜਦੋਂ ਸਿੰਘ ਸਿੰਘਣੀਆਂ ਭੁਜੰਗੀ ਬੱਚੇ ਉਸ ਰੇਤ ਤੇ ਤੁਰ ਕੇ ਜਾਂਦੇ ਨੇ, ਪੈਰਾਂ ਦੇ ਵਿੱਚ ਛਾਲੇ ਪੈ ਗਏ। ਤੇ ਸਾਧ ਸੰਗਤ ਜਦੋਂ ਪੈਰਾਂ ਵਿੱਚ ਛਾਲੇ ਪੈ ਗਏ, ਤੁਰਨਾ ਬੜਾ ਔਖਾ ਹੋਇਆ। ਉਸ ਵੇਲੇ ਆਪਣੇ ਤਨ ਤੇ ਪਹਿਨੇ ਹੋਏ ਕੱਪੜਿਆਂ ਨੂੰ ਪਾੜ ਪਾੜ ਕੇ ਪੈਰਾਂ ਤੇ ਬੰਨ੍ਹਿਆ ਗਿਆ, ਤਾਂ ਕਿ ਰੇਤ ਦੀ ਤਪਸ਼ ਤੋਂ ਬਚਿਆ ਜਾ ਸਕੇ। ਫਾਰ ਫਾਰ ਕੱਪੜੇ ਨਿਜ ਕੇਰੇ, ਨਿਜ ਨਿਜ ਬੰਨ੍ਹਦੇ ਪੈਰਨ ਕੇਰੇ। ਪੰਥ ਪ੍ਰਕਾਸ਼ ਦੇ ਬੋਲ ਨੇ, ਕਹਿੰਦੇ ਤਨ ਤੇ ਪਾਏ ਹੋਏ ਕੱਪੜੇ ਵੀ ਸਿੰਘਾਂ ਨੇ ਪਾੜ ਪਾੜ ਕੇ ਪੈਰਾਂ ਤੇ ਬੰਨੇ, ਤਾਂ ਕਿ ਇਸ ਤਪਸ਼ ਤੋਂ ਬਚਿਆ ਜਾ ਸਕੇ।
ਸੋ ਇਸ ਘੱਲੂ ਘਾਰੇ ਦਰਮਿਆਨ ਲਗਭਗ 7-8 ਹਜ਼ਾਰ ਦੇ ਕਰੀਬ ਜਿਹੜੇ ਸਿੰਘ ਸਨ, ਉਹ ਇੱਥੇ ਹੀ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਇਹਨਾਂ ਸਿੰਘਾਂ ਦੇ ਅੰਦਰ ਨਵਾਬ ਕਪੂਰ ਸਿੰਘ, ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ, ਜੱਸਾ ਸਿੰਘ ਜੀ ਆਹਲੂਵਾਲੀਆ, ਹੋਰ ਵੀ ਆਗੂ ਨੇ ਸਿੰਘਾਂ ਦੇ, ਜਿਨ੍ਹਾਂ ਨੇ ਬਹੁਤ ਤਕੜੇ ਹੋ ਕੇ ਜਿੱਥੇ ਲਖਪਤ ਰਾਏ ਦੀਆਂ ਫੌਜਾਂ ਦਾ ਮੁਕਾਬਲਾ ਕੀਤਾ, ਉੱਥੇ ਸਾਰੇ ਜਥੇ ਨੂੰ ਵੀ ਸੰਭਾਲਿਆ। ਪਰ ਬਹੁਤ ਜ਼ਿਆਦਾ ਸ਼ਹਾਦਤਾਂ ਜਦੋਂ ਹੋ ਗਈਆਂ, ਉਸ ਵੇਲੇ ਜਿੰਨੇ ਵੀ ਸਿੰਘ ਬਚੇ ਸਨ, ਸਾਰਿਆਂ ਨੇ ਆਪਣੇ ਬਚਾਅ ਦੇ ਲਈ ਪਹਾੜੀ ਏਰੀਏ ਵੱਲ ਜਾਣਾ ਸ਼ੁਰੂ ਕੀਤਾ ਤੇ ਪਹਾੜੀਆਂ ਤੇ ਜਿਹੜੇ ਲੋਕ ਵਸੇ ਸਨ, ਉਹਨਾਂ ਨੇ ਉੱਪਰੋਂ ਪੱਥਰ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ। ਪਹਾੜੀ ਤੇ ਚੜ੍ਹਨਾ ਵੀ ਔਖਾ ਹੈ। ਰਾਵੀ ਦੇ ਕੰਢੇ ਤੇ ਤੁਰਦਿਆਂ ਤੁਰਦਿਆਂ ਪੈਰਾਂ ਵਿੱਚ ਛਾਲੇ ਪੈ ਗਏ। ਇੱਧਰ ਜਿਹੜੇ ਜ਼ਖਮੀ ਸਿੰਘ ਸਨ, ਕੁਝ ਬਜ਼ੁਰਗ ਸਨ, ਕੁਝ ਬੱਚੇ ਸਨ, ਕੁਝ ਬੀਬੀਆਂ ਸਨ ਜਿਨ੍ਹਾਂ ਕੋਲੋਂ ਭੱਜਿਆ ਨਹੀਂ ਗਿਆ, ਚੱਲਿਆ ਨਹੀਂ ਗਿਆ, ਕੁਝ ਫੱਟੜ ਹੋ ਗਏ। ਇਹਨਾਂ ਸਾਰਿਆਂ ਨੂੰ ਫੌਜ ਨੇ ਘੇਰਾ ਪਾ ਕੇ ਫੜ ਲਿਆ ਤੇ ਇਤਿਹਾਸਕਾਰ ਇਹਨਾਂ ਦੀ ਗਿਣਤੀ 2 ਤੋਂ 3 ਹਜ਼ਾਰ ਦੇ ਕਰੀਬ ਦੱਸਦੇ ਨੇ। ਇਹਨਾਂ ਸਾਰਿਆਂ ਨੂੰ ਫੜ ਕੇ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕਰਕੇ ਇਹਨਾਂ ਨੂੰ ਵੀ ਲਾਹੌਰ ਦੇ ਨਖਾਸ ਚੌਂਕ ਦੇ ਵਿੱਚ ਲੈ ਕੇ ਗਏ ਤੇ ਉੱਥੇ ਇਹਨਾਂ ਨੂੰ ਕੋਹ ਕੇ ਸ਼ਹੀਦ ਕੀਤਾ ਗਿਆ। ਸੋ ਇਸ ਘੱਲੂ ਘਾਰੇ ਦਰਮਿਆਨ ਲਗਭਗ 10,000 ਦੇ ਕਰੀਬ ਇੱਕੇ ਹੀ ਦਿਨ ਸਿੰਘ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਸ਼ਹਾਦਤ ਹੋਈ। ਇਸ ਕਰਕੇ ਇਸ ਨੂੰ ਛੋਟਾ ਘੱਲੂ ਘਾਰਾ ਕਿਹਾ ਜਾਂਦਾ, ਕਿਉਂਕਿ ਘੱਲੂ ਘਾਰੇ ਕੌਮ ਤੇ ਕਈ ਵਾਪਰੇ ਨੇ। ਇਹਨਾਂ ਦੇ ਵਿੱਚ ਵਖਰੇਵਾਂ ਰੱਖਣ ਵਾਸਤੇ ਇਹਨਾਂ ਦੇ ਵੱਖਰੇ ਵੱਖਰੇ ਨਾਮ ਰੱਖੇ ਗਏ। ਅਸਲ ਵਿੱਚ ਘੱਲੂ ਘਾਰਾ ਜਿਹੜਾ ਹੈ ਨਾ, ਅਫਗਾਨੀ ਬੋਲੀ ਦਾ ਸ਼ਬਦ ਘੱਲੂ ਘਾਰੇ ਦਾ ਮਤਲਬ ਹੈ ਕਿ ਪੂਰੀ ਤਰ੍ਹਾਂ ਸਰਵਨਾਸ਼ ਕਰ ਦੇਣਾ ਕਿਸੇ ਵੀ ਚੀਜ਼ ਦਾ। ਤੇ ਹਕੂਮਤ ਨੇ ਚਾਹਿਆ ਕਿ ਸਿੱਖਾਂ ਦਾ ਸਰਵਨਾਸ਼ ਕਰ ਦਈਏ, ਸਿੱਖ ਨਾਂ ਦੀ ਚੀਜ਼ ਕੋ ਧਰਤੀ ਤੇ ਨਾ ਬਚੇ। ਇਸ ਕਰਕੇ ਇਹ ਘੱਲੂ ਘਾਰੇ ਕੌਮ ਤੇ ਸਦਾ ਵਾਪਰਦੇ ਰਹੇ। ਵੱਡਾ ਘਾਰਾ 1762 ਦੇ ਵਿੱਚ ਵਾਪਰਿਆ। ਜੂਨ 1984 ਨੂੰ ਘੱਲੂ ਘਾਰਾ ਵਾਪਰਦਾ ਸਿੱਖਾਂ ਦੇ ਉੱਪਰ। ਇਹ ਘੱਲੂ ਘਾਰੇ ਵਾਰ-ਵਾਰ ਵਾਪਰੇ ਤਾਂ ਕਿ ਇਸ ਕੌਮ ਨੂੰ ਖਤਮ ਕਰ ਦਈਏ, ਪਰ ਇਹ ਕੌਮ ਸਾਧ ਸੰਗਤ ਖਤਮ ਨਹੀਂ ਹੋਈ। ਇਸ ਕੌਮ ਨੂੰ ਖਤਮ ਕਰਨ ਵਾਲਿਆਂ ਦੇ ਨਾਮੋ ਨਿਸ਼ਾਨ ਦੁਨੀਆ ਤੋਂ ਮਿਟ ਗਏ, ਪਰ ਇਹ ਕੌਮ ਖਤਮ ਨਹੀਂ ਹੋਈ, ਕਿਉਂਕਿ ਇਹ ਬੂਟਾ ਗੁਰੂ ਨਾਨਕ ਸਾਹਿਬ ਦਾ ਲਾਇਆ ਹੋਇਆ ਹੈ। ਜਿਸ ਬੂਟੇ ਨੂੰ ਗੁਰੂ ਸਾਹਿਬਾਨਾਂ ਨੇ ਆਪਣਾ ਖੂਨ ਪਾ ਕੇ ਸਿੰਜਿਆ ਏ। ਤੇ ਸਾਧ ਸੰਗਤ, ਜਿਸ ਵੇਲੇ ਇਹ ਛੋਟਾ ਘੱਲੂ ਘਾਰਾ ਵਾਪਰਿਆ ਕਾਹਨੂੰਵਾਨ ਦੇ ਸ਼ੰਭ ਦੇ ਵਿੱਚ ਸਨ 1746 ਈਸਵੀ ਦੇ ਅੰਦਰ, ਇਸ ਘੱਲੂ ਘਾਰੇ ਦਰਮਿਆਨ ਜਦੋਂ ਇੰਨੀਆਂ ਸ਼ਹਾਦਤਾਂ ਹੋ ਗਈਆਂ ਤੇ ਲਖਪਤ ਨੇ ਸੋਚਿਆ ਕਿ ਮੈਂ ਸਿੰਘਾਂ ਨੂੰ ਖਤਮ ਕਰ ਦਿੱਤਾ ਹੈ, ਮੈਂ ਸਿੰਘਾਂ ਦਾ ਲੱਕ ਤੋੜ ਦਿੱਤਾ ਹੈ, ਕੋਈ ਵੀ ਸਿੰਘ ਬਚਿਆ ਨਹੀਂ ਹੋਏਗਾ। ਉਸ ਵੇਲੇ ਇਹਨੇ ਬੜੀਆਂ ਪਾਬੰਦੀਆਂ ਲਾਈਆਂ। ਕਹਿਣ ਲੱਗਾ ਕਿਸੇ ਨੇ ਵੀ ਗੁੜ ਸ਼ਬਦ ਨਹੀਂ ਕਹਿਣਾ, ਗੁੜ ਸ਼ਬਦ ਆਖਿਆ ਗੁਰ ਦਾ ਚੇਤਾ, ਗੁਰੂ ਦਾ ਚੇਤਾ ਆਉਂਦਾ ਹੈ, ਇਸ ਕਰਕੇ ਗੁੜ ਨੂੰ ਤੁਸੀਂ ਭੇਲੀ ਕਹਿਣਾ ਜਾਂ ਰੋੜੀ ਕਹਿਣਾ ਹੈ। ਇੱਥੋਂ ਤੱਕ ਪਾਬੰਦੀ ਲਾਈ ਗਈ। ਆਖਿਆ ਕਿਸੇ ਨੇ ਗ੍ਰੰਥ ਸ਼ਬਦ ਨਹੀਂ ਕਹਿਣਾ, ਗ੍ਰੰਥ ਕਹਿਣ ਦੇ ਨਾਲ ਗੁਰੂ ਦਾ ਚੇਤਾ ਆਉਂਦਾ ਏ, ਇਸ ਕਰਕੇ ਗ੍ਰੰਥ ਦੀ ਥਾਂ ਤੇ ਪੋਥੀ ਸ਼ਬਦ ਵਰਤਿਆ ਜਾਏ। ਪਰ ਜਾਣਦਾ ਨਹੀਂ ਸੀ ਕਿ ਗੁਰੂ ਤਾਂ ਸਿੱਖਾਂ ਦੇ ਹਿਰਦਿਆਂ ਵਿੱਚ ਵਸਿਆ ਹੋਇਆ ਏ, ਗੁਰੂ ਤੇ ਸਦਾ ਸਿੱਖਾਂ ਦੇ ਅੰਗ ਸੰਗ ਹੈ। ਇਸ ਕਰਕੇ ਚਾਹ ਕੇ ਵੀ ਤੂੰ ਸਿੱਖਾਂ ਨੂੰ ਗੁਰੂ ਦਾ ਚੇਤਾ ਨਹੀਂ ਭੁਲਾ ਸਕਦਾ, ਕਿਉਂਕਿ ਗੁਰੂ ਅੰਗ ਸੰਗ ਵਸਿਆ ਏ। ਤੇ ਸਿੱਖਾਂ ਨੂੰ ਤੂੰ ਚਾਹ ਕੇ ਵੀ ਡਰਾ ਨਹੀਂ ਸਕਦਾ, ਕਿਉਂਕਿ ਸਿੱਖ ਨਿਰਭਉ ਨੂੰ ਜਪਣ ਵਾਲੇ ਨੇ। ਪੈ ਬਿਨਸੇ ਨਿਰਭਉ ਹਰਿ ਧਿਆਇਆ। ਇਹ ਨਿਰਭਉ ਨੂੰ ਜਪਣ ਵਾਲੇ ਨੇ। ਕਿਸੇ ਹਕੂਮਤ ਦਾ ਕਦੇ ਭੈ ਨਹੀਂ ਸਿੰਘਾਂ ਨੇ ਮੰਨਿਆ। ਇੱਕ ਅਕਾਲ ਪੁਰਖ ਦੇ ਭੈ ਭਾਵਨੀ ਤੇ ਹੁਕਮ ਦੇ ਵਿੱਚ ਰਹਿਣ ਵਾਲੇ ਨੇ। ਸੋ ਇਸ ਤਰ੍ਹਾਂ
ਅੱਜ ਦੇ ਦਿਹਾੜੇ ਸਨ 1746 3 ਜੇਠ ਵਾਲੇ ਦਿਨ ਇਹ ਘੱਲੂਘਾਰਾ ਵਾਪਰਿਆ, ਜਿਹਦੇ ਅੰਦਰ 10,000 ਦੇ ਕਰੀਬ ਸਿੰਘ ਸਿੰਘਣੀਆਂ ਨੇ ਸ਼ਹਾਦਤਾਂ ਦੇ ਜਾਮ ਪੀਤੇ। ਉਹਨਾਂ ਸਾਰੇ ਸਮੂਹ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ ਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ, ਜਿਨ੍ਹਾਂ ਦੀਆਂ ਕੁਰਬਾਨੀਆਂ ਦੇ ਸਦਕਾ ਅੱਜ ਅਸੀਂ ਆਜ਼ਾਦ ਫਿਦਾ ਦੇ ਅੰਦਰ ਅਸੀਂ ਆਪਣੀ ਜ਼ਿੰਦਗੀ ਬਸਰ ਕਰ ਰਹੇ ਹਾਂ। ਅੱਜ ਅਸੀਂ ਸਿਰਾਂ ਤੇ ਦਸਤਾਰਾਂ ਸਜਾ ਕੇ ਇਹ ਸਰਦਾਰੀ ਦਾ ਲਕਬ ਪ੍ਰਾਪਤ ਕੀਤਾ। ਇਹਦੇ ਪਿੱਛੇ ਬਹੁਤ ਵੱਡੀਆਂ ਕੁਰਬਾਨੀਆਂ ਤੇ ਸ਼ਹਾਦਤਾਂ ਨੇ। ਸੋ ਆਓ ਸਾਧ ਸੰਗਤ ਰਹਿੰਦੇ ਸਮੇਂ ਅੰਦਰ ਸ਼ਬਦ ਦੀ ਵਿਚਾਰ ਸਾਂਝੀ ਕਰੀਏ। ਸੋ ਵਡਭਾਗੇ ਜੀਵ ਜਿਨ੍ਹਾਂ ਨੂੰ ਸਾਧ ਸੰਗਤ ਦੀ ਪ੍ਰਾਪਤੀ ਹੋਈ, ਜਿਨ੍ਹਾਂ ਨਿਰਭਉ ਨੂੰ ਜਪਿਆ। ਹਜੂਰ ਨੇ ਆਖਿਆ ਉਹਨਾਂ ਅੰਦਰ ਸਾਰੇ ਭੈ ਮਿਟ ਗਏ। ਕਲ ਕਲੇਸ਼ ਗੁਰ ਸ਼ਬਦ ਨਿਵਾਰੇ। ਨਿਵਾਰੇ ਦਾ ਅਰਥ ਹੈ ਦੂਰ ਕਰ ਦੇਣਾ, ਨਿਵਾਰਨ ਕਰ ਦੇਣਾ। ਕਹਿੰਦੇ ਮਨੁੱਖ ਦੇ ਮਨ ਅੰਦਰ ਕਲ ਕਲੇਸ਼ ਸਨ। ਮਨੁੱਖ ਦੇ ਮਨ ਅੰਦਰ ਕਲੇ ਕਲੇਸ਼ ਭਰਿਆ ਹੋਇਆ ਸੀ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ ਭਰਿਆ ਮਨੁੱਖ, ਈਰਖਾ ਦਵੈਸ਼ ਨਾਲ ਭਰਿਆ ਹੋਇਆ ਮਨੁੱਖ ਸਦਾ ਕਲੇਸ਼ ਕਰਦਾ ਸੀ। ਪਰ ਜਿਉਂ ਹੀ ਗੁਰੂ ਦੇ ਸ਼ਬਦ ਨਾਲ ਸਾਂਝ ਬਣੀ, ਇਹਦੇ ਅੰਦਰੋਂ ਸਾਰੇ ਇਹ ਕਲ ਕਲੇਸ਼ ਮੁੱਕ ਗਏ। ਇਹਨੂੰ ਸਮਝ ਆ ਗਈ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਇਹਨੂੰ ਸਮਝ ਆ ਗਈ ਕਿ ਪਰਾਇਆ ਬੁਰਾ ਚਿਤਵਨਾ ਮਾੜੀ ਗੱਲ ਹੈ। ਕਿਸੇ ਨਾਲ ਈਰਖਾ ਕਰਨੀ ਚੰਗਾ ਕੰਮ ਨਹੀਂ, ਸਾਰਿਆਂ ਦਾ ਭਲਾ ਮੰਗਣਾ ਚਾਹੀਦਾ ਏ। ਸਮਝ ਆ ਗਈ। ਕਹਿੰਦੇ ਕਲ ਕਲੇਸ਼ ਸਾਰੇ ਮੁੱਕ ਗਏ। ਫਿਰ ਹਜੂਰ ਨੇ ਆਖਿਆ ਆਵਣ ਜਾਣ ਰਹੇ ਸੁਖ ਸਾਰੇ। ਕਹਿੰਦੇ ਆਉਣ ਜਾਣ ਦਾ ਗੇੜ, ਜੰਮਣ ਮਰਨ ਦਾ ਗੇੜ ਮੁੱਕ ਗਿਆ। ਸਾਰੇ ਜ਼ਿੰਦਗੀ ਦੇ ਸੁੱਖ ਨੂੰ ਪ੍ਰਾਪਤ ਹੋ ਗਏ ਨੇ। ਇਹ ਕਿਰਪਾ ਸਾਧ ਸੰਗਤ ਵਿੱਚ ਆਇਆ ਵਰਤੀ ਹੈ। ਚਰਨ ਕਮਲ ਹਿਰਦਯੰਤਰ ਧਾਰੇ, ਅਗਨ ਸਾਗਰ ਗੁਰ ਪਾਰ ਉਤਾਰੇ। ਅਗਨ ਸਾਗਰ, ਹੁਣ ਜਦੋਂ ਬਾਣੀ ਨੂੰ ਪੜਾਂਗੇ, ਹਜੂਰ ਨੇ ਸੰਸਾਰ ਦੇ ਬਾਰੇ ਸਮਝਾਉਣ ਵਾਸਤੇ ਵੱਖ-ਵੱਖ ਸ਼ਬਦ ਵਰਤੇ ਨੇ। ਇਹ ਬਚਨ ਆਪਾਂ ਪੜ੍ਹਦੇ ਹਾਂ। ਤਿਤ ਸਰਵਰੜੈ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ। ਭਾਵ ਇਹ ਸੰਸਾਰ ਜਿਹਦੇ ਵਿੱਚ ਸਾਡਾ ਵਾਸਾ ਹੈ ਨਾ, ਇਹਨੂੰ ਇੱਕ ਸਾਗਰ ਆਖਿਆ ਮਹਾਰਾਜ ਨੇ। ਤੇ ਸਾਗਰ ਦੇ ਵਿੱਚ ਪਾਣੀ ਹੁੰਦਾ ਹੈ, ਪਰ ਹਜੂਰ ਨੇ ਆਖਿਆ ਇੱਥੇ ਪਾਣੀ ਨਹੀਂ, ਇੱਥੇ ਪਾਣੀ ਦੀ ਥਾਂ ਤੇ ਅੱਗ ਹੈ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਅਸਲ ਵਿੱਚ ਇੱਥੇ ਜਿਹੜੀ ਮਾਇਆ ਵਰਤ ਰਹੀ ਹੈ, ਉਹਨੂੰ ਹੀ ਅੱਗ ਨਾਲ ਤਸ਼ਬੀਹ ਦਿੱਤੀ ਹਜੂਰ ਨੇ। ਹੁਣ ਇਸ ਅਗਨੀ ਭਰੇ ਸਾਗਰ ਦੇ ਅੰਦਰ ਕਹਿੰਦੇ ਤੈਰਨਾ ਬਹੁਤ ਔਖਾ ਹੈ। ਹਮ ਦੇਖਾ ਤਾਂ ਡੂਬੀ ਅਲੇ। ਹਜੂਰ ਨੇ ਆਖਿਆ ਮੈਂ ਵੇਖਿਆ ਬਹੁਤ ਲੋਕ ਡੁੱਬਦੇ ਨੇ ਇਸ ਸਾਗਰ ਦੇ ਅੰਦਰ, ਪਾਰ ਕੋਈ ਵਿਰਲਾ ਕਰਦਾ ਹੈ। ਪਰ ਹੁਣ ਜਿਨ੍ਹਾਂ ਦੀ ਸੁਰਤ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਗਈ, ਜਿਨ੍ਹਾਂ ਨੇ ਵਾਹਿਗੁਰੂ ਦੇ ਚਰਨ ਕਮਲ ਹਿਰਦੇ ਵਿੱਚ ਧਾਰ ਲਏ, ਉਹਨਾਂ ਨੂੰ ਗੁਰੂ ਨੇ ਆਪ ਰਹਿਮਤ ਕਰਕੇ ਇਸ ਅਗਨੀ ਦੇ ਸਾਗਰ ਤੋਂ ਪਾਰ ਕਰ ਦਿੱਤਾ ਏ। ਉਹ ਇਸ ਅਗਨ ਸਾਗਰ ਵਿੱਚ ਡੁੱਬੇ ਨਹੀਂ। ਬੂੜਤ ਜਾਤ ਪੂਰੇ ਗੁਰ ਕਾਢੇ, ਜਨਮ ਜਨਮ ਕੇ ਟੂਟੇ ਗਾਂਡੇ। ਸ਼ਬਦ ਦੇ ਤੀਸਰੇ ਬੰਦ ਵਿੱਚ ਮਹਾਰਾਜ ਕਿਰਪਾ ਕਰ ਰਹੇ ਨੇ। ਕਹਿੰਦੇ ਗੁਰੂ ਸਮਰੱਥ ਹੈ, ਇਸ ਅਗਨ ਸਾਗਰ ਵਿੱਚ ਡੁੱਬਦਿਆਂ ਹੋਇਆਂ ਨੂੰ ਗੁਰੂ ਕੱਢ ਲੈਂਦਾ ਹੈ। ਪਰ ਸਾਧ ਸੰਗਤ ਜੇ ਅਸੀਂ ਵੀ ਤਰਲਾ ਲਈਏ, ਫਰਿਆਦ ਕਰੀਏ ਮਹਾਰਾਜ ਦੇ ਚਰਨਾਂ ਵਿੱਚ, ਸਤਿਗੁਰੂ ਕਿਰਪਾ ਕਰ, ਅਸੀਂ ਵੀ ਡੁੱਬਦੇ ਜਾ ਰਹੇ ਹਾਂ, ਸਾਡੀ ਵੀ ਬਾਂਹ ਫੜ ਕੇ ਸਾਨੂੰ ਭਵਜਲ ਤੋਂ ਪਾਰ ਲਾ। ਜਿਸ ਤਰ੍ਹਾਂ ਭਗਤਾਂ ਨੇ ਬੇਨਤੀ ਕੀਤੀ, ਅਨਲ ਬੇੜਾ ਹੋਂ ਖੇਵ ਨਾ ਸਾਕੋ, ਮੋਕੋ ਬਾਂਹ ਦੇ ਬੀਠ ਲਾ। ਆਖਿਆ ਹੈ ਪ੍ਰਭੂ, ਮੇਰੇ ਕੋਲੋਂ ਇਸ ਭਵਜਲ ਸਾਗਰ ਵਿੱਚੋਂ ਪਾਰ ਨਹੀਂ ਹੋਇਆ ਜਾ ਰਿਹਾ, ਮੈਂ ਡੁੱਬਦਾ ਜਾ ਰਿਹਾ।
ਇੱਥੇ ਮੋਹ ਦਾ ਇੰਨਾ ਚਿੱਕੜ, ਮੇਰੇ ਪੈਰ ਜਿਹੜੇ ਨੇ ਚੱਲ ਨਹੀਂ ਰਹੇ। ਪੰਕਜ ਮੋਹ ਪੱਗ ਨਹੀਂ ਚੱਲੈ, ਪੈਰ ਨਹੀਂ ਚੱਲਦੇ ਮੇਰੇ, ਮੈਂ ਇਸ ਭਵਜਲ ਵਿੱਚ ਡੁੱਬਦਾ ਜਾ ਰਿਹਾ, ਕਿਰਪਾ ਕਰਕੇ ਮੈਨੂੰ ਬਾਹਰ ਕੱਢੋ। ਤੇ ਹਜੂਰ ਨੇ ਆਖਿਆ, ਸਮਰੱਥ ਸਤਿਗੁਰੂ ਡੁੱਬਦਿਆਂ ਹੋਇਆਂ ਨੂੰ ਵੀ ਪਾਰ ਲਾ ਦਿੰਦੇ ਨੇ। ਮੰਨੈ ਤਰੈ ਤਾਰੇ ਗੁਰ ਸਿੱਖ, ਗੁਰੂ ਆਪ ਵੀ ਤਰ ਜਾਂਦਾ ਹੈ। ਤੇ ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜਦੇ ਨੇ, ਗੁਰੂ ਉਹਨਾਂ ਨੂੰ ਵੀ ਭਵਜਲ ਤੋਂ ਪਾਰ ਲਾ ਦਿੰਦਾ ਏ। ਗੁਰੂ ਐਸਾ ਬੋਹਿਤ ਹੈ, ਗੁਰੂ ਐਸਾ ਜਹਾਜ਼ ਹੈ, ਗੁਰੂ ਐਸਾ ਬੇੜਾ ਹੈ। ਗੁਰ ਜਹਾਜ਼ ਖੇਵਟ ਗੁਰੂ, ਗੁਰ ਬਿਨ ਤਰਿਓ ਨਾ ਕੋਏ। ਸੋ ਗੁਰੂ ਨੇ ਰਹਿਮਤ ਕਰਕੇ ਇਸ ਭਵਜਲ ਸਾਗਰ ਵਿੱਚ ਡੁੱਬਦਿਆਂ ਹੋਇਆਂ ਨੂੰ ਤੇ ਲਾ ਦਿੱਤਾ, ਪਾਰ ਲਾ ਦਿੱਤਾ। ਜਨਮਾਂ ਜਨਮਾਂ ਦੇ ਟੁੱਟਿਆਂ ਹੋਇਆਂ ਨੂੰ ਆਪਣੇ ਨਾਲ ਗੰਢ ਲਿਆ, ਜੋੜ ਲਿਆ। ਤੇ ਆਖਰੀ ਬੰਦ ਵਿੱਚ ਮਹਾਰਾਜ ਸ਼ੁਕਰਾਨਾ ਕਰਦੇ ਨੇ ਸਤਿਗੁਰੂ ਦਾ। ਕਹੋ ਨਾਨਕ ਤਿਸ ਗੁਰ ਬਲਿਹਾਰੀ, ਜਿਸ ਭੇਟਤ ਗਤ ਭਈ ਹਮਾਰੀ। ਗਤ ਕਹਿੰਦੇ ਨੇ ਉੱਚੀ ਅਵਸਥਾ ਬਣ ਜਾਣੀ ਜੀਵਨ ਦੀ। ਹੁਣ ਇੱਕ ਮਨੁੱਖ ਭੈ ਵਿੱਚ ਜੀ ਰਿਹਾ ਹੈ, ਡਰ ਦੇ ਵਿੱਚ ਜੀ ਰਿਹਾ ਹੈ, ਕੱਲ ਕਲੇਸ਼ ਵਿੱਚ ਫਸਿਆ ਹੋਇਆ, ਮੋਹ ਦੇ ਚਿੱਕੜ ਵਿੱਚ ਫਸਿਆ, ਅਗਨ ਸਾਗਰ ਵਿੱਚ ਡੁੱਬ ਰਿਹਾ ਹੈ। ਤੇ ਉਹਦੀ ਅਵਸਥਾ ਵੇਖੋ ਕਿੰਨੀ ਮਾੜੀ ਹੋਏਗੀ। ਪਰ ਇੱਕ ਮਨੁੱਖ ਨੂੰ ਡੁੱਬਦੇ ਹੋਏ ਨੂੰ ਫੜ ਕੇ ਕੰਢੇ ਤੇ ਬਾਹਰ ਕੱਢ ਦਿੱਤਾ, ਸਾਰੇ ਭੈ ਡਰ ਦੂਰ ਹੋ ਗਏ, ਉਹ ਤੇ ਆਪੇ ਪਰਮ ਆਨੰਦ ਵਿੱਚ ਹੋਏਗਾ। ਇਸੇ ਤਰ੍ਹਾਂ ਹਜੂਰ ਨੇ ਸ਼ੁਕਰਾਨਾ ਕੀਤਾ ਸਤਿਗੁਰੂ ਦਾ। ਕਹੋ ਨਾਨਕ, ਹੈ ਨਾਨਕ ਆਖ ਤਿਸ ਗੁਰ ਬਲਿਹਾਰੀ, ਮੈਂ ਉਸ ਗੁਰੂ ਤੋਂ ਬਲਿਹਾਰ ਜਾਂਦਾ ਹਾਂ, ਜਿਸ ਭੇਟਤ ਗਤ ਭਈ ਹਮਾਰੀ। ਜਿਹਨੂੰ ਮਿਲ ਕੇ ਮੈਨੂੰ ਉੱਚੀ ਆਤਮਿਕ ਅਵਸਥਾ ਮਿਲ ਗਈ ਹੈ, ਜਿਹਨੂੰ ਮਿਲ ਕੇ ਮੇਰੇ ਡਰ ਵਹਿਮ ਭਰਮ ਦੂਰ ਹੋ ਗਏ ਨੇ, ਮੈਂ ਐਸੇ ਗੁਰੂ ਤੋਂ ਬਲਿਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ। ਸੋ ਆਪਾਂ ਵੀ ਸਾਰੇ ਗੁਰੂ ਕੇ ਚਰਨਾਂ ਵਿੱਚ ਜੁੜੀਏ, ਗੁਰ ਉਪਦੇਸ਼ ਨੂੰ ਹਿਰਦੇ ਵਿੱਚ ਵਸਾਈਏ, ਤਾਂ ਕਿ ਸਾਡੇ ਜੀਵਨ ਵਿੱਚੋਂ ਵੀ ਡਰ ਭਰਮ ਵਹਿਮ ਦੂਰ ਹੋਣ, ਸਾਡੀ ਜ਼ਿੰਦਗੀ ਦੇ ਵੀ ਕਲੇਸ਼ ਮੁੱਕ ਜਾਣ, ਅਸੀਂ ਵੀ ਉੱਚੀ ਪਰਮ ਆਤਮਿਕ ਅਵਸਥਾ ਨੂੰ ਪ੍ਰਾਪਤ ਕਰੀਏ। ਫਿਰ ਹੀ ਸਾਡੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਇਹ ਅਵਸਥਾ ਪ੍ਰਾਪਤ ਹੋਵੇਗੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਸ਼ਬਦ ਵਿਚਾਰ ਕਰਦਿਆਂ, ਇਤਿਹਾਸਕ ਵਿਚਾਰਾਂ ਦੀ ਸਾਂਝ ਪਾਉਂਦਿਆਂ ਇੱਕ ਨਹੀਂ ਅਨੇਕ ਭੁੱਲਾਂ ਹੋ ਜਾਂਦੀਆਂ ਨੇ। ਸਮਰੱਥ ਸਤਿਗੁਰੂ ਅਤੇ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।